ਉਹਨੇ ਮਿਲੀ ਭੁਗਤ ਕਰਕੇ ਇਹਨਾਂ ਨਾਲ ਬਿਆਨਾ ਕਰ ਲਿਆ, ਜਦਕਿ ਜਿਹੜਾ ਪੰਚਾਇਤ ਦੇ ਐਕਟ ਨੇ ਉਹਦੇ ਚ ਬਿਆਨੇ ਦਾ ਪ੍ਰਾਵਧਾਨ ਹੈ ਹੀ ਨਹੀਂ ਹੈਗਾ ਵੀ ਬਿਆਨਾ ਹੋ ਸਕਦਾ ਹੈ, ਕਿਉਂਕਿ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਇੱਕ ਤਰ੍ਹਾਂ ਦੀ ਸਰਕਾਰ ਦੀ ਜ਼ਮੀਨ ਹੋ ਜਾਂਦੀ ਹੈ। ਸਰਕਾਰੀ ਜ਼ਮੀਨ ਦਾ ਕਦੇ ਕੋਈ ਬਿਆਨਾ ਨਹੀਂ ਹੁੰਦਾ। ਪਰ ਚਲੋ ਜੋ ਬਿਆਨਾ ਹੋ ਗਿਆ ਉਹ ਵੀ ਗਲਤ ਹੈ, ਪਰ ਹੁਣ ਜਿਹੜਾ ਨਜਾਇਜ਼ ਕਬਜ਼ਾ ਹੋਇਆ ਉਹ ਵੀ ਗਲਤ ਹੈ। ਜਿਹੜਾ ਬਿਆਨਾ ਤੁਸੀਂ ਕਹਿ ਰਹੇ ਹੋ ਨਜਾਇਜ਼ ਹੋਇਆ, ਉਹਦੇ ਵਾਸਤੇ ਤੁਸੀਂ ਕੋਈ ਕਹਿੰਦੇ ਮਤਲਬ ਖਿਲਾਫ ਕੋਈ ਕਾਰਵਾਈ, ਪੁਲਿਸ ਕਾਰਵਾਈ ਜਾਂ ਕੋਈ ਹੋਰ ਕਾਰਵਾਈ ਕੋਈ ਪਾਈ ਨਹੀਂ? ਅਸੀਂ ਜੀ ਪਹਿਲਾਂ ਵੀ ਜਿੱਦਾਂ ਤੁਹਾਨੂੰ ਦੱਸ ਚੁੱਕੇ ਹਾਂ, ਅਸੀਂ ਪੁਲਿਸ ਕੋਲ ਵੀ ਸਾਰਾ ਕੁਝ ਜਾ ਚੁੱਕੇ ਹਾਂ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰੀ ਉਹਤੇ। ਤੇ ਹੁਣ ਅਸੀਂ ਸੀਐਮ ਸਾਹਿਬ ਨੂੰ ਵੀ ਲਿਖਿਆ, ਪੁਰਾਣਾ ਟਾਈਮ ਵੀ ਅਸੀਂ ਸੀਐਮ ਸਾਹਿਬ ਨੂੰ ਤੇ ਹੋਰ ਪਾਸੇ ਮੰਤਰੀ ਸਾਹਿਬ ਨੂੰ ਵੀ ਲਿਖ ਚੁੱਕੇ ਹਾਂ, ਪਰ ਹਾਲੇ ਤੱਕ ਸਾਨੂੰ ਤਾਂ ਕੋਈ ਕਾਰਵਾਈ ਹੁੰਦੀ ਦਿਖੀ ਨਹੀਂ ਹੈ। ਹੁਣ ਇਹ ਆਮ ਸਰਕਾਰ ਹੈ ਜਿਹੜੀ ਭਗਵੰਤ ਮਾਨ ਜੀ ਚੰਗੇ ਬੰਦੇ ਦੱਸੇ ਜਾਂਦੇ ਵੀ ਹਾਂ ਇਹ ਜਿਹੜੀ ਹੈ ਕਰਪਸ਼ਨ ਨੂੰ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਦੇਖਦੇ ਜੀ ਕਿੰਨੀ ਛੇਤੀ ਇਹਦਾ ਐਕਸ਼ਨ ਹੁੰਦਾ, ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸ ਸਕਦੇ ਹਾਂ। ਹੁਣ ਆਮ ਬੰਦੇ ਦੀ ਸੁਣਵਾਈ ਤਾਂ ਇੱਦਾਂ ਕੋਈ ਹੁੰਦੀ ਵੀ ਨਹੀਂ ਹੈਗੀ। ਮੌੜੀ ਬੈਦਵਾਨ, ਇੱਕ ਅਵਤਾਰ ਸਿੰਘ ਪਾਪੜੀ ਮੌਜੂਦਾ ਪੰਚ ਤੇ ਇੱਕ ਭਗਤ ਸਿੰਘ ਜੋ ਕਿ ਅਜੈਬ ਸਿੰਘ ਦਾ ਸਾਬਕਾ ਸਰਪੰਚ ਦਾ ਪੁੱਤਰ ਹੈ, ਜਿਹਨੇ ਘਪਲਾ ਕੀਤਾ। ਮੈਂ ਤੁਹਾਡੇ ਮਾਧਿਅਮ ਤੇ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ, ਡੀਜੀਪੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰਾ ਜਾਨ ਮਾਲ ਦੇ ਰਾਖੀ ਦੀ ਉਮੀਦ ਕਰਦਾ। ਅਗਰ ਮੇਰਾ ਕੋਈ ਨਫਾ ਨੁਕਸਾਨ ਹੁੰਦਾ ਹੈ ਤਾਂ ਇਹ ਚਾਰੇ ਬੰਦੇ ਵਿੱਚ ਆ ਕੁਲਵੰਤ ਜੀ ਜੋ ਐਮਐਲਏ ਹੈ, ਇਹ ਚਾਰੇ ਬੰਦੇ ਜ਼ਿੰਮੇਵਾਰ। ਧੰਨਵਾਦ। ਅਸੀਂ ਇੱਥੇ ਇਕੱਠੇ ਹੋਏ ਜੀ ਤੁਹਾਨੂੰ ਦੱਸਣ ਲਈ ਜੀ, ਤੁਹਾਡੇ ਮਾਧਿਅਮ ਰਾਹੀਂ ਵੀ ਸਾਡਾ ਪਿੰਡ ਪਾਪੜੀ ਜ਼ਿਲ੍ਹਾ ਮੋਹਾਲੀ 'ਚ ਪੈਂਦਾ ਜੀ। ਇਹਦੇ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਜੀ, ਇਹਦੇ ਮੌਜੂਦਾ ਐਮਐਲਏ ਜਿਹੜਾ ਕੁਲਵੰਤ ਸਿੰਘ ਹੈ ਜੀ, ਉਹਦੀ ਕੰਪਨੀ ਦਾ ਨਜਾਇਜ਼ ਕਬਜ਼ਾ ਹੈ ਜੀ, ਜਿਹੜਾ ਕਿ ਕਾਫੀ ਸਮੇਂ ਤੋਂ ਪੁਰਾਣਾ ਚੱਲਦਾ ਆ ਰਿਹਾ ਹੈ। ਅਸੀਂ ਹਾਈ ਕੋਰਟ ਵੀ ਗਏ ਹਾਂ ਜੀ, ਸੁਪਰੀਮ ਕੋਰਟ ਵੀ ਗਏ ਇਹਦੇ ਲਈ, ਜਿੱਥੇ ਸਟੇ ਵੀ ਹੋਈ ਹੈ। ਸਟੇ ਦੇ ਬਾਵਜੂਦ ਵੀ ਉੱਥੇ ਐਕਟੀਵਿਟੀ ਹੁੰਦੀ ਰਹੀ ਹੈ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਲਿਖ ਚੁੱਕੇ ਇਹਦੇ ਬਾਰੇ, ਤੇ ਮੌਜੂਦਾ ਜਿਹੜਾ ਪੰਚ ਨੇ ਜੀ ਇੱਥੇ ਬਚਨ ਸਿੰਘ, ਉਹ ਵੀ ਇਹਦੇ ਬਾਰੇ ਕਰਦੇ ਰਹਿੰਦੇ ਅੱਗੇ ਹੋ ਕੇ ਵੀ ਇਹ ਨਜਾਇਜ਼ ਕਬਜ਼ਾ ਨਾ ਹੋਵੇ, ਪਰ ਉਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ, ਨਾ ਉਹਨਾਂ ਨੂੰ ਕੋਈ ਪੁੱਛਦਾ, ਕਿਉਂਕਿ ਮੌਜੂਦਾ ਐਮਐਲਏ ਨੇ ਇਸ ਟਾਈਮ, ਸਰਕਾਰ ਉਹਨਾਂ ਦੀ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜੀ। ਸਾਡੇ ਤੇ ਤਾਂ ਇਹੀ ਹੁੰਦਾ ਜੀ ਵੀ ਨਜਾਇਜ਼ ਪਰਚਾ ਕਰਾ ਸਕਦੇ ਹਾਂ, ਕੁਝ ਵੀ ਕਰਾ ਸਕਦੇ ਹਾਂ ਵੀ ਅਸੀਂ ਪੈਰਵਾਈ ਕਰ ਰਹੇ ਹਾਂ ਪੰਚਾਇਤ ਦੀ ਜ਼ਮੀਨ ਨੂੰ ਬਚਾਉਣ ਵਾਸਤੇ। ਜਿਹੜੀ ਸਾਡੀ ਪਿੰਡ ਦੀ ਜ਼ਮੀਨ ਹੈ ਉਹ ਤਕਰੀਬਨ ਹੈ ਤਾਂ ਕਾਫੀ ਹੈ ਜੀ, ਉਹਦੇ ਵਿੱਚ 46 ਦੇ ਨਾਲ 7 ਮਰਲੇ ਤੇ ਜਿਹੜਾ ਮੌਜੂਦਾ ਐਮਐਲਏ ਕੁਲਵੰਤ ਸਿੰਘ ਆਪ ਸਰਕਾਰ ਦਾ ਉਹਦਾ ਕਬਜ਼ਾ ਹੈ ਜੀ। ਸਾਡੇ ਕੋਲ ਉਹਦੇ ਰਿਕਾਰਡ ਸਾਰਾ ਕੁਝ, ਨਿਸ਼ਾਨਦੇਹੀ ਦੀ ਕਾਪੀਆਂ ਉਹ ਵੀ ਸਾਡੇ ਕੋਲ ਨੇ ਜੀ, ਸੁਪਰੀਮ ਕੋਰਟ ਦੀ ਸਟੇ ਦੀ ਕਾਪੀ ਵੀ ਸਾਡੇ ਕੋਲ ਹੈ ਜੀ, ਉਹ ਵੀ ਅਸੀਂ ਪ੍ਰੈਸ ਨੂੰ ਦੇ ਦਾਂਗੇ ਜੀ ਸਾਰਾ ਕੁਝ। ਪਰ ਹੁਣ ਤੱਕ ਉਹਦੇ ਖਿਲਾਫ ਕੋਈ ਕਾਰਵਾਈ, ਕੋਈ ਸਰਕਾਰ ਇਹੋ ਜਿਹਾ ਕੋਈ ਕਦਮ ਚੁੱਕੇ ਵੀ ਉਹਦਾ ਜਿਹੜਾ ਕਬਜ਼ਾ ਨਜਾਇਜ਼ ਛਡਾਇਆ ਜਾਵੇ। ਅਸੀਂ ਮੰਤਰੀ ਸਾਹਿਬ ਨੂੰ ਵੀ ਕਾਪੀਆਂ ਦਿੱਤੀਆਂ ਨੇ ਜੀ, ਸੀਐਮ ਸਾਹਿਬ ਨੂੰ ਵੀ ਭੇਜੀ ਹੈ ਜੀ ਕਾਪੀ ਉਹਦੀ। ਉਹਨੇ ਦੇਖਦੇ ਆ ਵੀ ਜਿਹੜੀ ਸਰਕਾਰ ਆਮ ਪਾਰਟੀ ਸਰਕਾਰ ਹੈ, ਅਸੀਂ ਉਹ ਤੋਂ ਬਹੁਤ ਮਤਲਬ ਉਮੀਦਾਂ ਰੱਖਦੇ ਹਾਂ ਵੀ ਉਹ ਕਿੰਨੀ ਛੇਤੀ ਇਸ ਤੇ ਐਕਸ਼ਨ ਲੈਂਦੀ ਹੈ। ਜਲਦੀ ਤੋਂ ਜਲਦੀ ਜਿਹੜਾ ਹੈ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਪਿੰਡ ਦੀ ਜਿਹੜੀ ਇਹ ਕੀਮਤੀ 100 ਕਰੋੜ ਦੀ ਜ਼ਮੀਨ ਹੈ ਜੀ, ਜਿਹੜੀ ਇਹ ਕਬਜ਼ਾ ਹੈ, ਤਕਰੀਬਨ 10 ਕਰੋੜ ਦੇ ਲਗਭਗ ਜਿਹੜੀ ਏਕੜ ਦਾ ਰੇਟ ਹੈ, ਕਿਉਂਕਿ 에ਅਰਪੋਰਟ ਰੋਡ ਦੇ ਉੱਤੇ ਲੱਗਦੀ ਹੈ ਇਹ ਜ਼ਮੀਨ ਸਾਰੀ ਹੈ ਜਿਹੜੀ। ਇਸ ਕਰਕੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਇਹ ਤੋਂ ਜਲਦੀ ਜਿਹੜਾ ਨਜਾਇਜ਼ ਕਬਜ਼ਾ ਹਟਾਇਆ ਜਾਵੇ ਤੇ ਇਹ ਤੋਂ ਮਾਫੀ ਨੂੰ ਨੱਥ ਪਾਈ ਜਾ ਸਕੇ। ਸਰ ਕੁਲਵੰਤ ਸਿੰਘ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੈਂ ਜ਼ਮੀਨ ਖਰੀਦੀ ਸੀ, ਉਹਦਾ 50 ਲੱਖ ਰੁਪਏ ਮੈਂ ਬਿਆਨਾ ਦਿੱਤਾ। ਬਿਆਨੇ ਦੀ ਜਿੱਥੇ ਤੱਕ ਗੱਲ ਹੈ ਜੀ, ਬਿਆਨਾ ਹੋਇਆ, ਪਰ ਜਿਹੜੀ ਸਰਕਾਰ ਦੀ ਜ਼ਮੀਨ ਹੈ ਇਹਦੇ ਕਦੇ ਵੀ ਪ੍ਰਾਵਧਾਨ ਹੀ ਨਹੀਂ ਹੈਗਾ ਵੀ ਬਿਆਨਾ ਹੋ ਸਕਦਾ। ਇਹ ਤਾਂ ਕਾਨੂੰਨਾਂ ਦੇ ਉਲਟ ਜਾ ਕੇ ਜਿਹੜਾ ਬਿਆਨਾ ਕੀਤਾ ਗਿਆ, ਇਹਨੂੰ ਮਹਿਕਮਾ ਵੀ ਇਹਦੀਆਂ ਰਿਪੋਰਟਾਂ ਜਿਹੜੀਆਂ ਹੈ ਸੁਪਰੀਮ ਕੋਰਟ 'ਚ ਰਿਪਲਾਈ ਦਿੱਤਾ ਜੀ ਡੀਡੀਪੀ ਸਾਹਿਬ ਨੇ, ਉਹ ਸਾਡੇ ਕੋਲ ਰਿਪੋਰਟਾਂ ਨੇ ਵੀ ਜਿਹੜਾ ਜੋ ਵੀ ਹੋਇਆ ਨਜਾਇਜ਼ ਕਬਜ਼ਾ ਹੋਇਆ ਉਹ ਕਾਨੂੰਨਾਂ ਦੇ ਉਲਟ ਜਾ ਕੇ ਹੋਇਆ, ਗਲਤ ਹੈ ਜੈਸੇ ਨੇ ਜਿਹੜਾ ਕੰਪਨੀ ਦਾ, ਤੇ ਨਿਸ਼ਾਨਦੇਹੀ ਦੀ ਕਾਪੀ ਵੀ ਸਾਡੇ ਕੋਲ ਹੈ ਤੇ ਡੀਡੀਪੀ ਸਾਹਿਬ ਨੇ ਜੋ ਰਿਪੋਰਟ ਦਿੱਤੀ ਹੈ ਸੁਪਰੀਮ ਕੋਰਟ 'ਚ ਉਹ ਵੀ ਸਾਡੇ ਕੋਲ ਹੈ। ਪਰ ਉਹਦੇ ਬਾਵਜੂਦ ਵੀ ਨਾ ਤਾਂ ਕੋਈ ਮਹਿਕਮੇ ਦਾ ਕਰਮਚਾਰੀ ਤੇ ਐਕਸ਼ਨ ਲੈਂਦਾ, ਨਾ ਹੀ ਅੱਜ ਤੱਕ ਕੋਈ ਸਾਨੂੰ ਜ਼ਮੀਨ ਤੇ ਹਕੀਕਤ ਦਿਖੀ ਹੈ। ਚਲੋ ਕਾਗਜ਼ੀ ਕਾਰਵਾਈ ਕੁਝ ਵੀ ਕਰ ਸਕਦੇ ਹਾਂ, ਜ਼ਮੀਨ ਤੇ ਕੋਈ ਇਹਦੇ 'ਚ ਐਕਟੀਵਿਟੀ ਹੁੰਦੀ ਸਾਨੂੰ ਨਜ਼ਰ ਨਹੀਂ ਆਈ ਅੱਜ ਤੱਕ। ਬਿਆਨਾ ਕਿਹਦੇ ਨਾਲ ਹੋਇਆ ਉਹਨਾਂ ਦਾ? ਬਿਆਨਾ ਜੀ ਪੁਰਾਣਾ ਜਿਹੜਾ ਸਰਪੰਚ ਸੀ ਉਹਨੇ ਮਿਲੀ ਭੁਗਤ ਕਰਕੇ ਇਹਨਾਂ ਨਾਲ ਬਿਆਨਾ ਕਰ ਲਿਆ, ਜਦ ਕਿਲੇ ਨੇ ਇਹ ਅੱਗੇ ਹੁਣ ਦੇਖਣ ਦੀ ਗੱਲ ਹੈ ਵੀ ਕਿੰਨਾ ਕੁ ਐਕਸ਼ਨ ਹੁੰਦਾ ਜੀ। ਜਿਹੜੀ ਤੁਸੀਂ ਸਟੇ ਦੀ ਗੱਲ ਕਰ ਰਹੇ ਹੋ, ਸਟੇ ਪੰਚਾਇਤ ਦੇ ਹੱਕ ਵਿੱਚ ਹੋਈ ਹੋਈ ਹੈ? ਸਟੇ ਪੰਚਾਇਤ ਦੇ ਹੱਕ 'ਚ ਹੈ ਜੀ, ਪੰਚਾਇਤ ਦੇ ਹੱਕ 'ਚ ਹੈ ਤੇ ਮੌਜੂਦਾ ਸਰਪੰਚ ਸਾਹਿਬ ਨੇ ਵੀ ਸਾਰਾ ਕੁਝ ਲਿਖ ਕੇ ਦਿੱਤਾ ਵੀ ਇਹ ਜਿਹੜਾ ਨਜਾਇਜ਼ ਕਬਜ਼ਾ, ਹੁਣ ਸਾਡੇ ਤੇ ਦਬਾਅ ਪਾਇਆ ਜਾਂਦਾ, ਨਜਾਇਜ਼ ਪਰਚੇ ਕਰਾਏ ਜਾ ਰਹੇ ਆ ਆਪਣੇ ਨਜ਼ਦੀਕੀਆਂ ਦੇ ਥਰੂ, ਲੜਾਈ ਝਗੜੇ ਕਰਵਾ ਕੇ ਅੱਗੇ ਤੋਂ ਅੱਗੇ ਸਾਡੇ ਤੇ ਨਜਾਇਜ਼ ਪਰਚੇ ਕਰਾਏ ਜਾ ਰਹੇ ਆ, ਜਿਨ੍ਹਾਂ ਦਾ ਇੱਕ ਉਹਦਾ ਜੱਗ ਦਾ ਸਬੂਤ ਹੈ। ਬਚਨ ਸਿੰਘ ਜੀ ਬੈਠੇ ਆਪਣੇ ਮੌਜੂਦਾ ਪੰਚ ਨੇ, ਇਹਨਾਂ ਦੇ ਪਰਚਾ ਕਰਾਇਆ ਗਿਆ। ਇਹਨਾਂ ਦੀ ਮੂੰਹ ਸੁਣ ਲਓ ਵੀ ਜਿਹੜੀਆਂ ਗੱਲਾਂ ਨੇ। ਜੋ ਤੁਸੀਂ ਸੀਐਮ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਉਹ ਕਦੋਂ ਦਿੱਤੀ ਸੀ? ਉਹ ਅਸੀਂ ਜੀ ਹੁਣ
ਪਿਛਲੇ ਦਿਨੀ ਦਿੱਤੀ ਹੈ ਜੀ। ਅਸੀਂ ਭੇਜੀ ਹੈ ਜੀ ਸੀਐਮ ਸਾਹਿਬ ਨੂੰ, ਸਾਨੂੰ ਰਿਪਲਾਈ ਵੀ ਆਇਆ ਵੀ ਜਲਦੀ ਤੁਹਾਡੀ ਜਿਹੜੀ ਸ਼ਿਕਾਇਤ ਤੇ ਕੋਈ ਐਕਸ਼ਨ ਲਿਆ ਜਾਊਗਾ। ਪਰ ਹੁਣ ਦੇਖਦੇ ਜੀ ਇੰਨੀ ਜਲਦੀ ਤਾਂ ਆਪਾਂ ਸੀਐਮ ਸਾਹਿਬ ਨੂੰ ਵੀ ਕਹਿ ਸਕਦੇ ਵੀ ਇੱਕਦਮ ਹੀ ਕੋਈ ਜਾਦੂ ਦੀ ਛੜੀ ਹੈ ਵੀ ਘੁਮਾ ਦੇਣ, ਪਰ ਸਾਨੂੰ ਜਿੱਥੇ ਤੱਕ ਉਮੀਦ ਹੈ ਵੀ ਜ਼ਰੂਰ ਕੋਈ ਨਾ ਕੋਈ ਐਕਟੀਵਿਟੀ ਜਾਂ ਐਕਸ਼ਨ ਲਿਆ ਜਾਊਗਾ। ਕੋਈ ਕਰਪਸ਼ਨ ਦੇ ਖਿਲਾਫ ਹੈ। ਪਿੱਛੇ ਜੀ ਆਪਣਾ ਮੰਤਰੀ ਸਾਹਿਬ ਸਿੰਗਲਾ ਸਾਹਿਬ ਤੇ ਕਾਰਵਾਈ ਹੋਈ ਆ ਵੀ ਕਰਪਸ਼ਨ ਦੇ ਉਹਦੇ 'ਚ ਫਸੇ ਨੇ, ਉਹਨਾਂ ਨੇ ਕੋਈ ਉਹਦੇ 'ਚ ਉਹ ਨਹੀਂ ਲਾਪਰਵਾਹੀ ਨਹੀਂ ਤੁਸੀਂ ਬਸ ਇਹ ਕਹਿ ਰਹੇ ਹੋ ਕਿ ਤੁਸੀਂ ਉਹਨੇ ਚਿੱਠੀ ਬੀਤੇ ਦੀ ਨਹੀਂ ਦਿੱਤੀ ਹੈ, ਤੁਸੀਂ ਕਹਿ ਰਹੇ ਹੋ ਤੁਹਾਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਕੋਲ ਕੋਈ ਜਾਦੂ ਦੀ ਛੜੀ ਨਹੀਂ, ਕੋਈ ਟਾਈਮ ਲੱਗੇਗਾ। ਫਿਰ ਪ੍ਰੈਸ ਕਾਨਫਰੰਸ ਦੀ ਕੀ ਵਜ੍ਹਾ? ਪ੍ਰੈਸ ਕਾਨਫਰੰਸ ਦੀ ਵਜ੍ਹਾ ਹੈ ਜੀ ਵੀ ਸਾਡੇ ਤੇ ਨਜਾਇਜ਼ ਪਰਚਾ ਸਾਨੂੰ ਝੂਠੇ ਕੇਸਾਂ 'ਚ ਵੀ ਬਤਾਇਆ ਜਾ ਸਕਦਾ ਹੈ। ਅਸੀਂ ਤਾਂ ਮਾਧਿਅਮ ਪ੍ਰੈਸ ਦੇ ਰਾਹੀਂ ਆਪਣਾ ਦੁੱਖ ਦੱਸ ਸਕਦੇ ਹਾਂ, ਕਿਉਂਕਿ ਆਮ ਬੰਦੇ ਦੀ ਕੋਈ ਸੁਣਵਾਈ ਹੈ ਨਹੀਂ ਜੀ। ਤੁਹਾਨੂੰ ਵੀ ਇਹੋ ਜੀ ਕਾਰਵਾਈ ਕੋਈ ਅੱਗੇ ਵੀ ਹੋ ਚੁੱਕੀ ਹੈ ਕਿ ਪਰਚੇ ਵਗੈਰਾ ਤੁਹਾਡੇ ਤੇ? ਪਰਚਾ ਜੀ ਬਚਨ ਸਿੰਘ ਜੀ ਤੇ ਪਰਚਾ ਹੋਇਆ ਹੈ। ਕਿਸ ਗੱਲ ਕੋਈ ਪਰਚੇ ਇੱਕ ਮਿੰਟ ਹੋਲਡ ਕਰਿਓ ਸਰ। ਵਿੱਚ ਲੱਗੀ ਹੋਈ ਆ, ਮੈਂ ਜ਼ਮਾਨਤ ਕਰਾਈ ਹੋਈ ਆ। ਕੋਈ ਗੱਲ ਨਹੀਂ, ਦੱਸੀ ਜਾਓ ਕੋਈ ਗੱਲ ਨਹੀਂ। ਇਹ ਧਰਾਵਾਂ 452 506 323 ਆ ਧਰਾਵਾਂ ਲਾ ਕੇ ਮੇਰੇ ਤੇ ਪਰਚਾ ਦਿੱਤਾ। ਫਿਰ 13-14 ਦਿਨ ਬਾਅਦ 354 ਦੀ ਧਾਰਾ ਹੋਰ ਲਾ ਦਿੱਤੀ। ਆਪਣੇ ਐਮਐਲਏ ਦਾ ਨਜਾਇਜ਼ ਅਹੁਦੇ ਦਾ ਨਜਾਇਜ਼ ਫਾਇਦਾ ਲੈ ਕੇ ਇਹਨੇ ਧਰਾਵਾਂ ਲਾਈਆਂ। ਉਹਦੇ ਵਿੱਚ ਮੇਰਾ ਬੇਟਾ ਵੀ ਇਹਨੇ ਅਣਪਛਾਤਿਆਂ 'ਚ ਪਾਤਾ ਸੀਗਾ, ਪਰ ਮੈਂ ਉਹਦੀ ਬਾਰੋ-ਬਾਰ ਜ਼ਮਾਨਤ ਕਰਾ। ਕੱਲ੍ਹ ਨੂੰ ਇਹਨੇ ਦਬਾਅ ਪਾਇਆ ਕਿ ਉਹਦੇ ਬੇਟੇ ਨੂੰ ਚੱਕੋ ਤੇ ਉਹਦੇ ਜਵਾਈ ਨੂੰ ਕੁਲਦੀਪ ਸਿੰਘ ਨੂੰ ਚੱਕੋ ਵੀ ਬਚਨ ਸਿੰਘ ਪੇਸ਼ ਹੋ ਜਾਊਗਾ। ਗੱਲ ਇਹ ਸੀ ਵੀ ਇਹ ਕੇਸ ਵਾਪਸ ਹੋ ਗਿਆ। ਉਸ ਤੋਂ ਬਾਅਦ ਜਦੋਂ ਅਸੀਂ ਇਹ ਕਰਾਇਆ, ਮੇਰੀ ਜ਼ਮਾਨਤ ਹੋਈ। ਜਦੋਂ ਇਨਵੈਸਟੀਗੇਸ਼ਨ ਮੈਂ ਜੁਆਇਨ ਕਰਨ ਵਾਸਤੇ ਗਿਆ ਤਾਂ ਮੈਨੂੰ ASI ਬਲਜਿੰਦਰ ਸਿੰਘ ਕਹਿੰਦਾ ਪਹਿਲਾਂ 751 ਹੋਏਗੀ ਤੇਰੀ, ਫਿਰ ਇਨਵੈਸਟੀਗੇਸ਼ਨ ਜੁਆਇਨ ਹੋਈ। ਮੈਂ ਕਿਹਾ ਵੀ ਕਿਉਂ, ਜੇ 751 ਕਰਨੀ ਸੀ ਪਹਿਲਾਂ ਹੀ ਕਰ ਦਿੰਦੇ, ਇਹ ਲੜਾਈ ਝਗੜੇ ਵਾਲੀ ਕਰਨੀ 751 ਪਹਿਲਾਂ ਹੀ ਕਰ ਦਿੰਦੇ। ਸਿਰਫ ਇਹਨਾਂ ਦੀ ਇਹ ਮਨਸਾ ਸੀ ਕਿ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜੁਆਇਨ ਤੋਂ ਪਹਿਲਾਂ ਇੱਕ ਕੇਸ ਪਾ ਕੇ ਇਹਨਾਂ ਦੀ ਜ਼ਮਾਨਤ ਕੈਂਸਲ ਕਰਾਈ ਗਈ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਫਿਰ ਮੈਂ ਇਹਨਾਂ ਨੂੰ ਜਵਾਬ ਦਿੱਤਾ, ਫਿਰ ਉਸ ਤੋਂ ਬਾਅਦ ਜਿਹੜਾ SHO ਦਾ ਰੀਡਰ ਹੈ ਗੁਰਪ੍ਰੀਤ ਸਿੰਘ, ਉਹਨੇ ਮੈਨੂੰ ਬੁਲਾਇਆ ਤੇ ਮੈਨੂੰ ਕਿਹਾ, ਕਹਿੰਦੇ ਵੀ ਬਲਜਿੰਦਰ ਸਿੰਘ ਨੇ ਤਾਂ ਇਹ ਕਹਿ ਕੇ ਸਾਰਤਾ ਕਿ ਸੋਮਵਾਰ SHO ਸਾਹਿਬ ਆਉਣਗੇ, ਉਹਨਾਂ ਦੇ ਪੇਸ਼ ਕਰਕੇ ਫਿਰ ਤੇਰੀ ਇਨਵੈਸਟੀਗੇਸ਼ਨ ਜੁਆਇਨ ਕਰਾਂਗਾ। ਠੀਕ ਹੈ ਜੀ। ਮੈਂ ਜੀ ਗ੍ਰਾਮ ਪੰਚਾਇਤ ਪਾਪੜੀ ਦਾ ਪੰਚ ਜੀ ਮੌਜੂਦਾ ਬਚਨ ਸਿੰਘ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਜੋ ਕਿ ਤੁਸੀਂ ਸਾਡੇ ਦੁੱਖ ਦੀ ਘੜੀ 'ਚ ਸ਼ਰੀਕ ਹੋਏ। ਮੇਰੇ ਨਾਲ ਬਹੁਤ ਬਚਤੀ ਹੋਈ ਕਿ ਜਿਹੜੀ ਹਾਈ ਕੋਰਟ 'ਚ ਰਿਟ ਪਾਈ ਸੀ ਮੈਂ 17366, ਉਹਦੇ ਵਿੱਚ ਐਕਸ਼ਨ ਲਿਆ ਸੀਗਾ ਕਲਵੰਤ ਤੇ ਸਰਪੰਚ ਦੇ ਖਿਲਾਫ ਕਿ ਤੂੰ ਜਿਹੜਾ 50 ਲੱਖ ਦਾ ਬਿਆਨਾ ਕਰਕੇ ਜ਼ਮੀਨ ਵੇਚੇ ਕਿਉਂ ਵੇਚੀ। ਸੁਪਰੀਮ ਕੋਰਟ ਨਾ ਹਾਈ ਕੋਰਟ ਨੇ ਕੀ ਕੀਤਾ, ਹਾਈ ਕੋਰਟ ਨੇ ਇਹਨਾਂ ਨੂੰ ਕੀਤਾ ਵੀ ਜੇ DC ਆਰਡਰ ਕੀਤੇ ਵੀ ਤੁਸੀਂ ਜੇ ਅਜੈਬ ਸਿੰਘ ਸਰਪੰਚ ਦੇ ਖਿਲਾਫ ਕੋਈ ਪੜਤਾਲ ਚੱਲ ਰਹੀ ਹੈ ਉਹਦੀ ਰਿਪੋਰਟ 2 ਮਹੀਨੇ ਦੇ ਅੰਦਰ ਅੰਦਰ ਦਿਓ, ਤੇ ਕੁਲਵੰਤ ਦੇ ਖਿਲਾਫ ਕੋਈ ਪੜਤਾਲ ਚੱਲ ਰਹੀ ਹੈ ਉਹਦੀ ਵੀ ਰਿਪੋਰਟ। ਕੁਲਵੰਤ ਕੌਣ ਹੈ ਜੀ? ਕੁਲਵੰਤ ਜਿਹੜਾ ਮੌਜੂਦਾ MLA, ਠੀਕ ਹੈ ਜੀ, ਤੇ JLPL ਦਾ MD ਹੈ। ਉਹ ਪਹਿਲਾਂ ਵੀ ਜ਼ਮੀਨਾਂ ਖਰੀਦਦਾ ਸੀਗਾ, ਸਾਡੀਆਂ ਵੀ ਜ਼ਮੀਨਾਂ ਖਰੀਦੀਆਂ ਉਹਨੇ, ਉਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ। ਉਸ ਤੋਂ ਉਪਰੰਤ ਇਹਨੇ ਕੀ ਕੀਤਾ, ਮੈਨੂੰ ਕਈ ਸੁਨੇਹੇ ਲਾਏ ਕਿ ਤੂੰ ਇੱਕ ਕੇਸ ਵਾਪਸ ਲੈ ਲੈ। ਮੈਂ ਇਹਨੂੰ ਇਨਕਾਰ ਕਰਤਾ। ਇਸ ਦੀ ਰੰਜਿਸ਼ 'ਚ ਆ ਕੇ ਇਹਨੇ 26/3/2022 ਨੂੰ ਆਪਣੇ ਸਪੋਰਟਰ ਸੁਖਵਿੰਦਰ ਸਿੰਘ, ਉਹਦੀ ਬੇਟੀ ਅਮਨਦੀਪ ਕੌਰ ਜੋ ਸਰਪੰਚ ਹੈ ਮੌਜੂਦਾ, ਉਹਦਾ ਝਗੜਾ ਮੇਰੇ ਭਾਣਜੀ ਤੇ ਮੇਰੀ ਭੈਣ ਨਾਲ ਕਰਾ। ਕਿਹੜੀ ਜਗ੍ਹਾ ਸਰਪੰਚ ਜੀ? ਤੰਗੌਰੀ ਪਿੰਡ। ਉਦੋਂ ਜੀ ਕਰਾ ਕੇ ਜਦੋਂ ਮੇਰੇ ਕੋਲ ਮੇਰੀ ਭੈਣ ਦਾ ਫੋਨ ਆਇਆ ਕਿ ਸਾਨੂੰ ਇਸ ਤਰ੍ਹਾਂ ਮਾਰਿਆ ਵੀ ਭਾਣਜਾ ਤੇਰਾ ਬੇਹੋਸ਼ ਪਿਆ, ਮੈਂ ਉਹਨੂੰ ਸਿਵਲ ਹਸਪਤਾਲ 6 ਫੇਸ ਲੈ ਗਿਆ ਚੁੱਕੇ। ਤਾਂ ਇਹਨਾਂ ਨੇ ਕੁਲਵੰਤ ਸਿੰਘ ਨੂੰ ਪਤਾ ਲੱਗਿਆ ਵੀ ਉਹ ਤਾਂ ਉੱਥੇ ਪਹੁੰਚ ਗਿਆ। ਇਹਨੇ ਇੱਕ ਦਾ ਜਿਹੜੀ LMR ਹਟਾਈ ਆ ਉਹ ਵੀ ਸਾਡੀ ਨੀਲੇ ਕਰਾਤੀ ਡਾਕਟਰ ਸਾਹਿਬ ਨੂੰ ਮਿਲ।
ਤੇ ਰਾਤ ਨੂੰ 12 ਵਜੇ ਮੇਰੇ ਭਾਣਜੇ ਦੇ ਮੁੰਡੇ ਮਨਪ੍ਰੀਤ ਸਿੰਘ ਅਤੇ ਮੇਰੇ ਤੇ ਇਹਨਾਂ ਨੇ 452 ਜਿਹੜੀ ਕਿ ਇਹਦੇ ਵਿੱਚ ਲੱਗੀ ਹੋਈ ਆ, ਮੈਂ ਜ਼ਮਾਨਤ ਕਰਾਈ ਹੋਈ ਆ। ਕੋਈ ਗੱਲ ਨਹੀਂ ਦੱਸੀ ਜਾਓ ਕੋਈ ਗੱਲ ਨਹੀਂ। ਇਹ ਧਾਰਾਵਾਂ 452 506 323 ਆਹ ਧਾਰਾਵਾਂ ਲਾ ਕੇ ਮੇਰੇ ਤੇ ਪਰਚਾ ਦਿੱਤਾ। ਫਿਰ 13-14 ਦਿਨ ਬਾਅਦ 354 ਦੀ ਧਾਰਾ ਹੋਰ ਲਾ ਦਿੱਤੀ। ਆਪਣੇ MLA ਦਾ ਨਜਾਇਜ਼ ਅਹੁਦੇ ਦਾ ਨਜਾਇਜ਼ ਫਾਇਦਾ ਲੈ ਕੇ ਇਹਨੇ ਧਾਰਾਵਾਂ ਲਾਈਆਂ। ਉਹਦੇ ਵਿੱਚ ਮੇਰਾ ਬੇਟਾ ਵੀ ਇਹਨੇ ਅਣਪਛਾਤਿਆਂ 'ਚ ਪਾਤਾ ਸੀਗਾ।